वाहिगुरू जी का खालसा वाहिगुरू जी की फतेह। संगत टीवी के माध्यम राही असी हुण गुरु नानक सत्संग गुरुद्वारा कैनक रोड वुलवरहैम्पटन दे विच उस गुरुद्वारा साहब विखे खड़े हाँ, क्योंकि गुरु घरां दे विचों जो सेवावां चल रही हैं, आप नूं पता है कि करोना वायरस दे करके संगतां गुरु घर दे विच इकत्तर ते नहीं हो सकदियां। बहुत सारिया संगतां जिहड़ियां कि अपनियां लोड़ां गुरु घर आके पूरियां करदियां सन। कईयां नूं जिहड़े साडे स्टूडेंट या कोई इहो जिहे हालात जिहड़ा कि अपना लंगर आप नहीं सी बना सकदे, गुरु घरां विच आके छकदे सन। लेकिन इस महामारी ने सब गुरुद्वारे जिहड़े वो बंद कर दिते। लेकिन सिखां ने जो सिखां दी प्रथा है, जो सिखां दी मर्यादा है, गुरु नानक देव जी ने लंगर दी जो चलाई हुई, लेकिन भावां संगतां नहीं आउंदियां, लेकिन हर गुरुद्वारे दे विच लंगरां दी सेवा उसे तरह निरंतर चल रही है। ते अज असीं इस कैनक रोड गुरुद्वारा वुलवरहैम्पटन दे विच खड़े हाँ। साडे नाल इत्थों दे मुख सेवादार भाई बलराज सिंह जी ਅਤੇ ਇੱਥੋਂ ਦੇ ਜਨਰਲ ਸੈਕਟਰੀ ਭਾਈ ਗੁਰਮੀਤ ਸਿੰਘ ਜੀ ਸਿੱਧੂ ਤੇ ਬਾਕੀ ਜੋ ਸੇਵਾਦਾਰ ਸਾਡੇ ਸਾਰੇ ਇੱਥੋਂ ਦੇ ਨਾਲ ਖੜੇ ਹਨ, ਜੋ ਸੇਵਾਵਾਂ ਕਰਦੇ ਹਨ। ਤੇ ਅਸੀਂ ਭਾਈ ਬਲਰਾਜ ਸਿੰਘ ਜੀ ਹੋਰਾਂ ਨੂੰ ਪੁੱਛਾਂਗੇ ਕਿ ਕਿਸ ਤਰ੍ਹਾਂ ਤੁਹਾਡੇ ਤਹਿਤ ਸੇਵਾ ਜਿਹੜੀਆਂ ਸੇਵਾਵਾਂ ਚੱਲਦੀਆਂ ਹਨ, ਕਿਉਂਕਿ ਇਹ ਤਾਂ ਆਪ ਨੂੰ ਪਤਾ ਗੁਰੂ ਘਰ ਦੇ ਵਿੱਚ ਗੈਦਰਿੰਗ ਹੋਣੀ ਜਾਂ ਕਿਸੇ ਨੂੰ ਆਉਣ ਦੀ ਇਜਾਜ਼ਤ ਨਹੀਂ, ਲੇਕਿਨ ਲੰਗਰਾਂ ਦਾ ਪ੍ਰਬੰਧ ਜਿਹੜਾ ਉਹ ਸਾਰਾ ਨਿਰੰਤਰ ਚੱਲ ਰਿਹਾ। ਸੋ ਭਾਈ ਬਲਰਾਜ ਸਿੰਘ ਜੀ, ਤੁਸੀਂ ਇਹਦੇ ਬਾਰੇ ਦੱਸੋ ਕਿਸ ਤਰ੍ਹਾਂ ਆਪਣੇ ਇਸ ਗੁਰਦੁਆਰੇ ਤੋਂ, ਭਾਵੇਂ ਸਾਰੇ ਗੁਰਦੁਆਰੇ ਸੇਵਾਵਾਂ ਕਰ ਰਹੇ ਹਨ, ਪਰ ਤੁਸੀਂ ਕਿਸ ਤਰ੍ਹਾਂ ਦੀਆਂ ਸੇਵਾਵਾਂ ਕਰ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਤਾਂ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਕਰੋਨਾ ਵਾਇਰਸ ਕਰਕੇ ਆਪਾਂ ਲੋਕਡਾਊਨ ਕੀਤਾ ਹੈ, ਗੁਰੂ ਘਰ ਵੀ ਬੰਦ ਕੀਤੇ ਆ, ਪਰ ਫਿਰ ਵੀ ਬੰਦ ਹੋਣ ਦੇ ਬਾਵਜੂਦ ਵੀ ਆਪਾਂ ਜਿਹੜੀ ਸਿੱਖਾਂ ਦੀ ਮਰਿਆਦਾ ਆ, ਗੁਰੂ ਨਾਨਕ ਮਹਾਰਾਜ ਦੀ ਬਖਸ਼ਿਸ਼ ਆ, ਉਪਦੇਸ਼ ਆ ਉਹਨਾਂ ਦੇ ਗੁਰੂਆਂ ਦੇ ਸਾਨੂੰ, ਉਹ ਆਪਾਂ ਉਸ ਤਰੀਕੇ ਨਾਲ ਨਿਭਾ ਰਹੇ ਹਾਂ ਕਿ ਆਪਾਂ ਲੰਗਰ ਗੁਰੂ ਘਰ 'ਚ ਬਣਦਾ ਜੀ ਲੋੜਵੰਦ ਬਾਹਰ ਟੈਲੀਫੋਨ ਲੱਗੇ ਆ, ਅਸੀਂ ਲੈ ਕੇ ਲਾਇਆ ਵੀ ਕਿਸੇ ਨੂੰ ਕਿਸ ਤਰ੍ਹਾਂ ਦੀ ਵੀ ਜ਼ਰੂਰਤ ਆ ਉਹ ਸਾਨੂੰ ਫੋਨ ਤੇ ਦੱਸਣਾ, ਅਸੀਂ ਉਹਨਾਂ ਦੇ ਘਰ ਵੀ ਡਿਲੀਵਰ ਕਰ ਦੇਵਾਂਗੇ। ਕੁਝ ਡਿਲੀਵਰ ਵੀ ਕਰ ਰਹੇ ਆ, ਕੁਝ ਆ ਕੇ ਵੀ ਬੱਚੇ ਲੈ ਜਾਂਦੇ ਆ। ਕਈ ਸਿਆਣਿਆਂ ਦੇ ਟੈਲੀਫੋਨ ਆਏ ਤਾਂ ਅਸੀਂ ਉਹਨਾਂ ਦੇ ਘਰ ਵੀ ਡਿਲੀਵਰੀ ਕੀਤੀ ਆ, ਸੁੱਕਾ ਰਾਸ਼ਨ ਵੀ ਡਿਲੀਵਰ ਕੀਤਾ। ਹੁਣ ਫਿਰ ਅੱਜ ਗੱਡੀ ਭਰ ਕੇ ਲੈ ਕੇ ਆਏ ਆ ਸਮਰਾ ਸੁਪਰ ਮਾਰਕੀਟ ਤੋਂ ਕਿ ਅੱਜ ਹੋਰ ਜਗ੍ਹਾ ਜਾਣਾ, ਤਾਂ ਉਸ ਤੋਂ ਬਾਅਦ ਅਸੀਂ ਫਿਰ ਡਿਲੀਵਰ ਕਰਨ ਜਾਣਾ। ਸੋ ਦੂਸਰੀ ਹੈਗੀ ਆ ਕਿ ਲੰਗਰ 5 ਤੋਂ 6 ਗੁਰੂ ਘਰ ਦੇ ਵਿੱਚ ਅਸੀਂ ਪਹਿਲਾਂ ਤਾਂ ਉੱਦਾਂ ਬਣਾ ਕੇ ਗਈਦਾ ਸੀ, ਤੁਸੀਂ ਬਾਹਰ ਗੇਟ ਤੋਂ ਲੈ ਜਾਓ, ਤੁਹਾਨੂੰ ਬਾਹਰ ਫੜਾ ਦਿੱਤਾ ਜਾਂਦਾ ਸੀ। ਹੁਣ ਅਸੀਂ ਪੈਕ ਕਰਕੇ 5 ਤੋਂ 6 ਐਵਰੀ ਈਵਨਿੰਗ ਨੂੰ ਬੱਚਿਆਂ ਲਈ, ਸਟੂਡੈਂਟਾਂ ਲਈ, ਸਿਆਣਿਆਂ ਲਈ, ਲੋੜਵੰਦਾਂ ਲਈ ਉਹ ਲੰਗਰ ਪੈਕ ਕਰਕੇ ਅਸੀਂ ਉਹਨਾਂ ਨੂੰ ਰੈਡੀ ਹੋਊਗਾ 5 ਤੋਂ 6 ਉਹ ਇੱਥੇ ਅੰਦਰ ਆ ਕੇ ਬਾਹਰ ਕਾਰ ਪਾਰਕ ਦੇ ਵਿੱਚ ਜੇ ਕਿਸੇ ਨੇ ਨਮਸਕਾਰ ਕਰਨੀ ਆ ਆਪਣਾ ਹਿਸਾਬ ਰੱਖ ਕੇ ਉਹ ਨਮਸਕਾਰ ਵੀ ਕਰ ਸਕਦੇ ਆ, ਤੇ ਲੰਗਰ ਵੀ ਪੈਕ ਕਰਕੇ ਅਸੀਂ ਉਹਨਾਂ ਨੂੰ ਪੈਕ ਕਰਕੇ ਉਸੇ ਤਰ੍ਹਾਂ ਫੜਾ ਦਿੱਤਾ ਜਾਊਗਾ। ਸੋ ਅਸੀਂ ਟੈਲੀਫੋਨ ਇਸ ਕਰਕੇ ਲਾਏ ਆ ਕਿ ਲੋੜਵੰਦ ਸਟੂਡੈਂਟ ਵੀ ਆ, ਬੱਚੇ ਆਪਣੇ, ਸਿਆਣੇ ਵੀ ਆ, ਕਈ ਸਿਆਣਿਆਂ ਦੇ ਫੋਨ ਵੀ ਆਉਂਦੇ ਆ, ਉਹਨਾਂ ਦੀ ਵੀ ਘਰ ਡਿਲੀਵਰੀ ਕਰੀ ਦੀ ਆ। ਦੂਸਰਾ ਸਾਨੂੰ ਹੋਰ ਵੀ ਸਾਡੀ ਜਿਹੜੀ ਰੈਸਲਿੰਗ ਦਾ ਕਲੱਬ ਆ ਸਾਡਾ ਕੈਨਕ ਰੋਡ ਦਾ, ਉਹਨਾਂ ਦੇ ਕੋਚ ਵੀ ਸਾਡੇ ਵਿੱਚ ਨਾਲ ਖੜੇ ਆ, ਤਾਂ ਉਹ ਵੀ ਜੋ ਸਾਰੀ ਸਪਲਾਈ ਸੈਂਡਵਿਚ ਬਣਾ ਆਪਣੇ ਕੇਅਰ ਹੋਮਾਂ 'ਚ ਦੇਣੇ, ਡਾਕਟਰਾਂ ਦੇ ਪਹੁੰਚਾਉਣੇ, ਹਸਪੀਟਲਾਂ 'ਚ ਪਹੁੰਚਾਉਣੇ। ਅਸੀਂ ਹਸਪੀਟਲ ਨੂੰ ਫੂਡ ਵੀ 2 ਵਾਰ ਭੇਜਿਆ, ਉਹ ਕਹਿੰਦੇ ਵੀ ਫੂਡ ਸਾਨੂੰ ਨਹੀਂ ਚਾਹੀਦਾ, ਕਿ ਹੋਰ ਗੁਰੂ ਘਰ ਵੀ ਕਾਫੀ ਦੇ ਰਹੇ ਆ। ਤਾਂ ਅਸੀਂ ਉਹ ਮਾਸਕ ਰਾਹੀਂ, ਹੋਰ ਚੀਜ਼ਾਂ ਰਾਹੀਂ, ਸੈਂਡਵਿਚ ਰਾਹੀਂ ਡਿਫਰੈਂਟ ਤਰੀਕੇ ਨਾਲ ਇਹ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਆ। ਸੋ ਅਸੀਂ ਇਹ ਸੇਵਾ ਕੈਰੀ ਔਨ ਰੱਖਦੇ ਹਾਂ। ਸੋ ਸੰਗਤ ਦਾ ਬਹੁਤ ਸਹਿਯੋਗ ਆ। ਤੋਂ ਕਈ ਸਾਡੇ ਪ੍ਰਬੰਧਕ ਕਮੇਟੀ ਦੇ ਵੀਰ ਵੀ ਜਿਹੜੇ ਸਿਆਣੇ ਘਰਾਂ ਤੋਂ ਨਹੀਂ ਨਿਕਲ ਸਕਦੇ, ਸਾਨੂੰ ਫੋਨ ਘੜੀ ਕਰਦੇ ਆ ਕਿ ਸਾਡੇ ਤੋਂ ਆ ਕੇ ਜਿੰਨੇ ਮਰਜ਼ੀ ਪੈਸੇ ਲੈ ਜਾਓ, ਤੁਸੀਂ ਇਹ ਸੇਵਾ ਇਸੇ ਤਰ੍ਹਾਂ ਚੱਲਦੀ ਰੱਖਿਓ। ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ, ਸੰਗਤ ਦਾ ਵੀ ਬਹੁਤ ਸਹਿਯੋਗ ਹੈ। ਬਹੁਤ ਧੰਨਵਾਦ ਸੰਗਤ ਟੀਵੀ ਵਾਲਿਆਂ ਦਾ, ਬਹੁਤ ਧੰਨਵਾਦ ਜਿਹੜੇ 8 ਤੋਂ 9 ਪ੍ਰੋਗਰਾਮ ਦੇ ਕੇ ਬਹੁਤ ਹੀ ਸੋਹਣੇ ਤਰੀਕੇ ਨਾਲ ਸਿੱਖਾਂ ਦੀ ਜਿਹੜੀ ਮਰਿਆਦਾ ਹੈ, ਜੋ ਵੀ ਸਿੱਖਾਂ ਦੇ ਯੋਗਦਾਨ ਹੈ ਇਸ ਕਰੋਨਾ ਵਾਇਰਸ ਦੇ ਟਾਈਮ ਦੇ ਵਿੱਚ, ਉਹ ਸਾਰੀਆਂ ਸੰਗਤਾਂ ਨੂੰ ਸਹਿਯੋਗ ਦੇ ਰਹੇ ਹਨ। ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਸਾਰਿਆਂ ਦਾ ਵੀਰਾਂ ਦਾ ਧੰਨਵਾਦ ਕਰਦੇ ਹਾਂ, ਤੇ ਸਾਰਿਆਂ ਨੂੰ
ਕੋਈ ਵੀ ਭੁੱਖਾ ਨਾ ਰਹੇ। ਸਾਰੇ ਗੁਰੂ ਘਰ ਜਿੱਥੇ ਜਿੱਥੇ ਵੀ ਕੋਈ ਨੇੜੇ ਆ ਉੱਥੇ ਜਾ ਕੇ ਲੰਗਰ ਜ਼ਰੂਰ ਛਕੋ, ਤਾਂ ਕਿ ਅਸੀਂ ਜਿਹੜੀ ਇਹ ਸਾਡੀ ਸੇਵਾ ਆ ਉਹ ਵੀ ਫਲ ਫੁੱਲ ਸਕੇ। ਸੋ ਬਹੁਤ ਬਹੁਤ ਸੰਗਤਾਂ ਦਾ ਧੰਨਵਾਦ, ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੰਜੀ ਗੁਰਦੁਆਰਾ ਵਲਰਹੰਪਟਨ ਦੇ ਮੁੱਖ ਸੇਵਾਦਾਰ ਭਾਈ ਬਲਰਾਜ ਸਿੰਘ ਜੀ, ਜਿਨ੍ਹਾਂ ਨੇ ਜੋ ਇੱਥੋਂ ਸੇਵਾਵਾਂ ਚੱਲਦੀਆਂ ਹਨ ਉਹਨਾਂ ਦਾ ਵਿਸਤਾਰ ਨਾਲ ਦੱਸਿਆ। ਪਰ ਕਿਉਂਕਿ ਇਸ ਗੁਰਦੁਆਰਾ ਸਾਹਿਬ ਤੋਂ ਸਾਡੇ ਵਲਰਹੰਪਟਨ ਦਾ ਨਿਊ ਕ੍ਰਾਸ ਹਸਪੀਟਲ ਬਿਲਕੁਲ ਨਜ਼ਦੀਕ ਪੈਂਦਾ ਤੇ ਇਹਨਾਂ ਦੀਆਂ ਸੇਵਾਵਾਂ ਉੱਥੇ ਵੀ ਕਾਫੀ ਚੱਲਦੀਆਂ ਹਨ, ਜਿਹੜਾ ਕਿ ਇਹਨਾਂ ਦਾ ਰੈਸਲਿੰਗ ਕਲੱਬ ਸਾਰੇ ਯੂਰਪ ਦੇ ਵਿੱਚ ਬੜਾ ਮਸ਼ਹੂਰ ਆ ਔਰ ਉਹਨਾਂ ਦੇ ਵਿੱਚ ਜਿੰਨੇ ਵੀ ਇਹਨਾਂ ਦੇ ਪਹਿਲਵਾਨ ਹਨ ਬਹੁਤ ਵੱਧ ਚੜ ਕੇ ਸੇਵਾਵਾਂ ਕਰਦੇ ਹਨ। ਸੋ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਇਹਨਾਂ ਨੂੰ ਇਸੇ ਤਰ੍ਹਾਂ ਹੀ ਗੁਰੂ ਮਹਾਰਾਜ ਹੋਰ ਬਲ ਬਖਸ਼ੇ ਤੇ ਵੱਧ ਚੜ ਕੇ ਸੇਵਾ ਕਰਦੇ ਰਹਿਣ। ਮੈਂ ਹੁਣ ਬੇਨਤੀ ਕਰਾਂਗਾ ਇੱਥੋਂ ਦੇ ਜਨਰਲ ਸੈਕਟਰੀ ਭਾਈ ਗੁਰਮੀਤ ਸਿੰਘ ਜੀ ਸਿੱਧੂ, ਮਹਾਰਾਜ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਸੇਵਾਵਾਂ ਜਾਂ ਕੋਈ ਮੁਸ਼ਕਲਾਂ ਵੀ ਆਉਂਦੀਆਂ ਤੁਹਾਨੂੰ ਸੇਵਾਵਾਂ ਕਰਨ ਦੇ ਉੱਤੇ, ਜਾਂ ਕੋਈ ਹੋਰ ਗੱਲ ਜਿਹੜੀ ਦੱਸਣੀ ਚਾਹੁੰਦੇ ਹੋ। ਸਭ ਤੋਂ ਪਹਿਲਾਂ ਦਾਸ ਸੰਗਤ ਸੁਣਨ ਵਾਲੇ ਸਰੋਤਿਆਂ ਨੂੰ ਫਤਿਹ ਦੀ ਸਲਾਹ ਪਾਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਆਪ ਸਾਰੇ ਸੇਵਾਦਾਰਾਂ ਨੂੰ ਜੀ ਆਖਦਾ ਹੈ। ਜੋ ਸੇਵਾ ਜਿਹੜੀਆਂ ਚਲਾਈਆਂ, ਜਿਸ ਤਰ੍ਹਾਂ ਪ੍ਰਧਾਨ ਸਾਹਿਬ ਨੇ ਦੱਸਿਆ ਹੈ ਕਿ ਸਾਰੀਆਂ ਜਿਹੜੀਆਂ ਕੀਤੀਆਂ ਜਾਂਦੀਆਂ, ਜਿਹਦੇ ਵਿੱਚ ਸਾਡੇ ਖਾਸ ਕਰਕੇ ਕਲੱਬ ਦੇ ਮੈਂਬਰ ਰਣਜੀਤ ਸਿੰਘ ਹੋਣੀ ਜਿਹੜੇ ਆ ਨੌਜਵਾਨ, ਇਹ ਸਾਰੀਆਂ ਸੇਵਾਵਾਂ ਬਾਹਰ ਉੱਪਰਦੀਆਂ ਕਰਦੇ ਹਨ। ਅਸੀਂ ਇੱਥੋਂ ਨਾਲ ਅੰਦਰ ਇੱਥੇ ਕੰਮ ਕਰਨ ਵਾਲੇ ਪਿੱਛੇ ਨਾਲ ਸਹਿਯੋਗੀ ਹਾਂ, ਪਰ ਸਾਰਾ ਜਿਹੜਾ ਜ਼ਿਆਦਾ ਕੰਮ ਜਿਹੜਾ ਸਾਡੇ ਨੌਜਵਾਨ ਕਰਦੇ ਬਾਹਰ ਜਾ ਕੇ, ਕਿਉਂਕਿ ਅਸੀਂ ਆਪ ਖੁਦ ਸਿਆਣੇ ਹੋਣ ਕਰਕੇ ਤੇ ਨਾ ਜਾਓ ਬਾਹਰ, ਇਸ ਕਰਕੇ ਅਸੀਂ ਆਪ ਘੱਟ ਜਾਂਦੇ ਹਾਂ। ਪਰ ਜਿਸ ਤਰ੍ਹਾਂ ਦੀ ਕੋਈ ਲੋੜ ਹੋਵੇ ਜਿਹੜੀ ਸਾਡੀ ਸੇਵਾ ਕਰਨ ਵਾਲੀ ਆ, ਉਹ ਅਸੀਂ ਆਪ ਸਾਰੇ ਨਿਭਾਉਂਦੇ ਹਾਂ। ਤੇ ਇੱਦਾਂ ਹੀ ਜਿਸ ਵੀਰ ਨੂੰ ਲੋੜ ਹੁੰਦੀ ਆ, ਉਹ ਜੇ ਟੈਲੀਫੋਨ ਕਰ ਦਿੰਦਾ ਉਹਨਾਂ ਨੂੰ ਉੱਥੇ ਅਪੋਇੰਟਮੈਂਟ ਕਰ ਦਿੱਤੀ ਜਾਂਦੀ ਆ। ਹੋਰ ਖਾਸ ਕੋਈ ਮੁਸ਼ਕਲ ਨਹੀਂ ਆਈ ਕਿਸੇ ਤਰ੍ਹਾਂ ਦੀ, ਕਿਉਂਕਿ ਸੰਗਤ ਦਾ ਸਹਿਯੋਗ ਹੈ ਤੇ ਸਾਨੂੰ ਇਹਨਾਂ ਨੌਜਵਾਨਾਂ ਦਾ ਬਹੁਤ ਸਹਿਯੋਗ ਹੈ। ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਭਲਵਾਨ ਜੀ ਨੂੰ ਜਿਹੜੇ ਕਿ ਕੋਚ ਹਨ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਕਿਸ ਤਰ੍ਹਾਂ ਸੇਵਾਵਾਂ, ਤੁਸੀਂ ਇਹ ਦੱਸੋ ਕਿ ਜਿਹੜੀਆਂ ਸੇਵਾਵਾਂ ਤੁਸੀਂ ਘਰਾਂ 'ਚ ਸਿਆਣੇ ਜਾਂ ਸਟੂਡੈਂਟ ਹੈ ਜੇ ਕਿਸ ਤਰ੍ਹਾਂ ਕਦੋਂ ਤੋਂ ਤੇ ਕਿੰਨੇ ਵਜੇ ਤੱਕ ਕਰਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਾੜੀ ਜੀ ਅੰਗਰੇਜ਼ੀ ਵੀ ਦੱਸ ਮਤਲਬ। ਹਾਂ ਜੀ। ਸੋ as well as ਜਿਹੜੀ ਸੇਵਾ ਸਾਰੀ ਸਾਡੀ ਹੁੰਦੀ ਹੈ ਇੱਥੋਂ ਜਾਂਦੀ ਹੈ with food, ਲੰਗਰ, pick up from the Gurdwara, we decided we could do a little bit more, so we had supply and manufacture of face visors, PPE equipment, and also masks. We had manufactured through for a builder in Cannock. So we've been supplying almost 1,200 visors and masks across doctor surgeries and care homes, especially in the local area, all across Wolverhampton and in the region. We're having mass production, ongoing mass production, and we feel as though this need is in great demand. And there's nobody supplying at that kind of level what we're doing now from the Gurdwara. So the Gurdwara's Wrestling Club has got together, and these guys have helped pick up and deliver PPE equipment to all the NHS workers, frontline workers, like I say, doctor surgeries and care homes across the region. And we will continue to do that. ਥੈਂਕ ਯੂ ਵੈਰੀ ਮਚ। ਦੇਖੋ ਜੀ, ਇਹਨਾਂ ਨੇ ਹੋਰ ਵੀ ਸੇਵਾਵਾਂ ਜਿੱਥੇ ਮਾਸਕਾਂ ਦੀਆਂ ਨਾਲ ਹੀ, ਇਹ ਵੀ ਬਹੁਤ ਵਧੀਆ ਗੱਲ। ਜਿੱਥੇ ਜਿੱਥੇ ਜੋ ਵੀ ਲੋੜ ਹੈ ਗੁਰੂ ਘਰਾਂ ਵੱਲੋਂ, ਜਿਸ ਤਰ੍ਹਾਂ ਦੀ ਵੀ ਲੋੜ, ਕਿ ਸਭ ਤੋਂ ਪਹਿਲਾਂ ਫੂਡ ਦੀ ਜ਼ਿਆਦਾ ਲੋੜ ਪੈਂਦੀ, ਕਿਉਂਕਿ ਬੰਦਾ ਹੋਰ ਤਾਂ ਕਿਸੇ ਚੀਜ਼ ਨਾਲ ਆਪਣਾ ਬਚਾਅ ਕਰਦਾ ਤਾਂ, ਲੇਕਿਨ ਭੁੱਖ ਜਿਹੜੀ ਉਹ ਨਹੀਂ ਟਿਕਣ ਦਿੰਦੀ। ਇਹ ਸਾਡੇ ਸਿੱਖੀ ਸਿਧਾਂਤ ਦੇ ਮੁਤਾਬਕ ਜੋ ਵੀ ਲੰਗਰ ਚੱਲਦੇ ਹਨ ਪੂਰੇ ਦੇ ਪੂਰੇ ਇੰਗਲੈਂਡ ਦੇ ਵਿੱਚ ਨਹੀਂ, ਪੂਰੇ ਸੰਸਾਰ ਵਿੱਚ ਹੀ ਗੁਰੂ ਘਰਾਂ ਨੇ ਇਸ ਲੰਗਰ ਖੋਲੇ ਹੋਏ ਹਨ ਅਤੇ ਲੋੜਵੰਦਾਂ ਨੂੰ ਲੰਗਰ ਮਿਲ ਰਿਹਾ ਹੈ। ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ ਕਿ ਇਹ ਸੇਵਾਵਾਂ ਇੱਦਾਂ ਹੀ ਚੱਲਦੀਆਂ ਰਹਿਣ ਤੇ ਨਾਲ ਹੀ ਇਹ ਅਰਦਾਸਾਂ ਹਨ ਕਿ ਇਸ ਬਿਮਾਰੀ ਤੋਂ ਛੇਤੀ ਨਿਜਾਤ ਪਾਇਆ ਜਾਵੇ, ਤਾਂ ਕਿ ਅਸੀਂ ਇਸ ਬਿਮਾਰੀ ਦੇ ਨਾਲ ਲੜ ਸਕੀਏ। ਜੋ ਕਿ ਮੈਂ ਇਹ ਗੱਲ ਕਿਹਾ ਕਰਦਾ ਹੁੰਦਾ ਕਿ ਭਾਵਾਂ ਕਿ ਸਾਇੰਟਿਸਟ ਬੜੇ ਜਿਹੜੇ ਸਾਰੇ ਕਹਿ ਰਹੇ ਕਿ ਅਸੀਂ ਰੱਬ ਦਾ ਮੁਕਾਬਲਾ ਕਰ ਲੈਣਾ, ਕੋਈ ਬਹੁਤ ਸਾਰੇ ਬੰਦੇ ਇਦਾਂ ਦੇ ਵੀ ਹੈਗੇ ਜਿਹੜੇ ਕਿ ਰੱਬ ਕੁਛ ਨਹੀਂ, ਅਸੀਂ ਆਪ ਹੀ ਕਰ ਸਕਦੇ ਹਾਂ।
ਪਰ ਪਰਮਾਤਮਾ ਨੇ ਇੱਕ ਇਹੋ ਜਿਹਾ ਜਨਮ ਛੱਡਿਆ ਜਿਹੜਾ ਕਿ ਕਿਸੇ ਨੂੰ ਨਜ਼ਰ ਵੀ ਨਹੀਂ ਆਉਂਦਾ, ਉਹਨੇ ਸਾਰੀ ਦੁਨੀਆ ਖੜੀ ਕਰਕੇ ਰੱਖ ਦਿੱਤੀ ਆ। ਸੋ ਜਿਹੜੇ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਨੀ, ਲੇਕਿਨ ਮੈਂ ਇਹ ਵੀ ਗੱਲ ਕਹਿਣਾ ਕਿ ਬਲਰਾਜ ਸਿੰਘ ਜੀ ਇਸ ਚੀਜ਼ 'ਚੋਂ ਪਾਵਾਂ ਸੜੇ ਬੜਾ ਦੁਖਦਾਈ ਸਮਾਂ ਪੂਰੇ ਸੰਸਾਰ ਤੇ, ਔਰ ਪਰਿਵਾਰ ਕਈ ਜਿਸ ਤਰ੍ਹਾਂ ਸਾਡੇ ਉੱਥੇ ਕੋਈ ਰਹਿ ਗਏ, ਕੋਈ ਇੱਧਰ ਆ ਗਏ, ਅੱਧੇ ਪਰਿਵਾਰ ਹੋ ਗਏ, ਬੜੀ ਮੁਸ਼ਕਲਾਂ ਮਤਲਬ ਆ ਰਹੀਆਂ ਸੰਸਾਰ ਦੇ ਉੱਤੇ ਤੇ, ਲੇਕਿਨ ਇਹ ਗੁਰੂ ਮਹਾਰਾਜ ਕਿਰਪਾ ਕਰੂਗਾ ਸਾਰਾ ਕੁਝ। ਗੁਰਦੁਆਰਿਆਂ ਦੇ ਵਿੱਚ ਸਾਰੀਆਂ ਅਰਦਾਸਾਂ ਇਹ ਹੋ ਰਹੀਆਂ ਹਨ। ਤੇ ਤੁਸੀਂ ਜਿਸ ਤਰ੍ਹਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਜਿੱਦਾਂ ਤੁਸੀਂ ਸੇਵਾਵਾਂ ਕਰਦੇ, ਕਈ ਵਾਰੀ ਹੁਣ ਕਈਆਂ ਥਾਵਾਂ ਤੇ ਬਹੁਤ ਸਾਰੀਆਂ ਗੱਲਾਂ ਆਉਂਦੀਆਂ ਕਿ ਸਿੱਖਾਂ ਨੇ ਜੋ ਲੰਗਰ ਲਾਏ ਇਹਨਾਂ ਦੀ ਬੜੀ ਮਹੱਤਤਾ ਆ, ਔਰ ਜਿਸ ਤਰ੍ਹਾਂ ਇਹ ਵੀ ਗੱਲਾਂ ਆ ਰਹੀਆਂ ਕਿ ਸਿੱਖ ਹਰ ਮੁਲਕ ਦੇ ਵਿੱਚ ਹੋਣੇ ਚਾਹੀਦੇ ਆ, ਪਰ ਕਿਉਂਕਿ ਗੁਰੂ ਘਰ ਹੋਣੇ ਚਾਹੀਦੇ, ਉੱਥੇ ਲੰਗਰ ਨਿਰੰਤਰ ਚੱਲਦੇ ਹਨ। ਤੇ ਇੱਥੇ ਕੀ ਕੋਈ ਆਪਣੇ ਜਾਂ ਸਿੱਖਾਂ ਤੋਂ ਬਗੈਰ ਹੋਰ ਕੋਈ ਜਾਂ ਸਟੂਡੈਂਟ ਕਿਸੇ ਤਰ੍ਹਾਂ ਦੇ ਜਾਂ ਕੋਈ ਬਿਰਧ ਜਿਨ੍ਹਾਂ ਨੂੰ ਤੁਸੀਂ ਗਏ ਹੋ, ਕੋਈ ਏਦਾਂ ਦੀ ਕੋਈ ਯਾਦਗਾਰ ਕਹਾਣੀ ਹੋਵੇ ਵੀ ਜਿਨ੍ਹਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਹੋਵੇ? ਬਹੁਤ ਸਾਰੇ ਲੋਕ ਏਦਾਂ ਵੀ ਕਹਿੰਦੇ ਆ ਵੀ ਉਹ ਸੱਦ ਲੈਂਦੇ ਵੀ ਅਸੀਂ ਲੰਗਰ ਸਾਨੂੰ ਚਾਹੀਦਾ, ਪਰ ਦੇਣੇ ਉਹਨਾਂ ਨੇ ਪੈਸੇ ਹੁੰਦੇ ਆ, ਏਦਾਂ ਦੀਆਂ ਵੀ ਗੱਲਾਂ ਹੈਗੀਆਂ। ਹਾਂਜੀ, ਮੈਂ ਤੁਹਾਨੂੰ ਦੱਸਦਾ, ਮੈਨੂੰ ਟੈਲੀਫੋਨ ਆਇਆ ਵਿਜੇ ਪਰਮਾਰ, ਇੱਥੇ ਲਾਗੇ ਕਿਤੇ ਰਹਿੰਦਾ, ਬਜ਼ੁਰਗ ਸਿਆਣਾ, 76 ਸਾਲਾਂ ਦੀ ਉਹਦੀ ਏਜ ਆ। ਤਾਂ ਉਹਨਾਂ ਨੇ ਮੈਨੂੰ ਟੈਲੀਫੋਨ ਕੀਤਾ ਵੀ ਬਲਰਾਜ, ਮੈਂ ਹਿੰਦੀ ਬੋਲਦਾ ਸੀ, ਗੁਜਰਾਤ ਤੋਂ ਮੇਰਾ ਲੱਗਦਾ ਸੀ ਗੁਜਰਾਤ, ਤਾਂ ਉਹ ਕਹਿੰਦੇ ਵੀ ਮੈਂ ਸਿਆਣਾ ਆ, ਮੈਂ ਇਕੱਲਾ ਹੀ ਰਹਿਣਾ, ਤੁਸੀਂ ਮੈਨੂੰ ਫੂਡ ਪਹੁੰਚਾ ਸਕਦੇ ਆ। ਮੈਂ ਗੁਰੂ ਘਰ ਆਇਆ, ਮੈਂ ਸਾਰਾ ਸਮਾਨ ਰੈਡੀ ਕੀਤਾ, ਰੈਡੀ ਕਰਕੇ ਮੈਂ ਤਾਂ ਗਿਆਨੀ ਸਾਹਿਬਾਨ ਅਸੀਂ ਉਹਦੇ ਘਰ ਦੇਣ ਗਏ। ਉਹ ਇੰਨਾ ਖੁਸ਼ ਹੋਇਆ, ਸਿਆਣਾ ਸੀ, ਚੱਕ ਕੇ ਆਪ ਰੱਖਿਆ ਵੀ ਤੁਸੀਂ ਸਿਆਣੇ ਆ, ਕੋਈ ਗੱਲ ਨਹੀਂ, ਅਸੀਂ ਤੁਹਾਡੇ ਲਾਗੇ ਕਰ ਦਿੰਦੇ, ਤੁਸੀਂ ਉਦੋਂ ਹੌਲੀ ਹੌਲੀ ਲੈ ਜਿਓ। ਔਰ ਇੰਨਾ ਖੁਸ਼ ਹੋਇਆ, ਉਹ ਕਹੇ ਵੀ ਮੇਰੇ ਤੋਂ ਤੁਸੀਂ ਪੈਸੇ ਲੈ ਕੇ ਜਾਓ। ਮੈਂ ਕਿਹਾ ਅਸੀਂ ਪੈਸੇ ਨਹੀਂ ਲੈਣੇ, ਇਹ ਗੁਰੂ ਨਾਨਕ ਮਹਾਰਾਜ ਦਾ ਦਰ ਆ, ਇਹ ਉੱਥੋਂ ਸਮਾਨ ਆਇਆ, ਇਹ ਤੁਹਾਡਾ ਸਮਾਨ ਆ, ਤੁਸੀਂ ਹੋਰ ਵੀ ਜਦੋਂ ਟੈਲੀਫੋਨ ਕਰੋਗੇ। ਉਹਨੇ ਮੈਨੂੰ ਇੰਨੇ ਵਧੀਆ ਮੈਸੇਜ ਪਾਏ ਆ ਟੈਲੀਫੋਨ ਦੇ ਉੱਤੇ, ਤੁਸੀਂ ਯਕੀਨ ਨਹੀਂ ਕਰੋਗੇ ਵੀ ਇੰਨਾ ਧੰਨਵਾਦ ਕੀਤਾ। ਮੈਂ ਗੁਰੂ ਨਾਨਕ ਮਹਾਰਾਜ ਦਾ ਧੰਨਵਾਦ ਕਰਦਾ, ਮੈਂ ਗੁਰੂ ਨਾਨਕ ਮਹਾਰਾਜ ਦੀ ਸੰਗਤ ਦਾ ਧੰਨਵਾਦ ਕਰਦਾ। ਮੈਂ ਬਹੁਤ ਸੋਹਣੀਆਂ ਚੀਜ਼ਾਂ ਪਾਈਆਂ। ਜਦੋਂ ਤੁਸੀਂ ਕੋਈ ਚੰਗਾ ਕੰਮ ਕਰਦੇ, ਤੁਹਾਡੇ ਮਨ ਨੂੰ ਖੁਸ਼ੀ ਮਿਲਦੀ ਆ। ਫਿਰ ਹਰ ਤਰ੍ਹਾਂ ਦੇ ਜਿਹੜੇ ਪਰਿਵਾਰ ਆ ਇੱਥੇ, ਗੁਰੂ ਨਾਨਕ ਦਾ ਦਰ ਤਾਂ ਸਾਰਿਆਂ ਲਈ ਖੁੱਲ੍ਹਾ ਆ, ਹਰ ਧਰਮ ਲਈ, ਹਰ ਜਾਤੀ ਲਈ, ਹਰ ਕਿਸੇ ਲਈ ਕੋਈ ਵੀ ਇੱਥੇ ਆਵੇ, ਜੀ ਆਇਆ, ਜਿੱਦਾਂ ਮਰਜ਼ੀ ਆ ਕੇ ਲੰਗਰ ਛਕੇ, ਜੋ ਮਰਜ਼ੀ ਕਰੇ। ਪਰ ਇੱਦਾਂ ਦੀਆਂ ਚੀਜ਼ਾਂ ਯਾਦਦਾਸ਼ਤ ਬਣ ਜਾਂਦੀਆਂ। ਔਰ ਫਿਰ ਵੀ ਮੈਂ ਉਹਨੂੰ ਕਿਹਾ ਸੀ, ਜਦੋਂ ਤੁਹਾਡਾ ਸਮਾਨ ਮੁੱਕ ਜਾਊਗਾ ਤਾਂ ਕਈਆਂ ਪਰਿਵਾਰਾਂ ਦੇ ਹੋਰ ਵੀ ਦੇ ਕੇ ਆਏ ਆ, ਪਰ ਉਹ ਇੱਕ ਸਪੈਸ਼ਲ ਸੀ ਜਿਹਦੇ ਉਹਦੇ ਚਿਹਰੇ ਤੋਂ ਪਤਾ ਲੱਗਦਾ ਸੀ ਵੀ ਉਹ ਇੰਨਾ ਧੰਨਵਾਦੀ ਆ ਵੀ ਮੈਂ ਦੱਸ ਨਹੀਂ ਸਕਦਾ। ਸੋ ਦੂਸਰਾ ਹੈਗਾ ਆ ਵੀ ਸਾਡੇ ਪ੍ਰੋਗਰਾਮ, ਜਿਸ ਤਰ੍ਹਾਂ 4 ਫੈਮਿਲੀ ਇੱਥੇ ਬੰਦੇ ਆਲਰੇਡੀ ਅੰਦਰ ਰਹਿੰਦੇ ਆ, ਗਿਆਨੀ ਸਾਹਿਬਾਨਾਂ, 2 ਸੇਵਾਦਾਰ ਰਹਿੰਦੇ ਆ। ਸੋ ਇੱਥੇ ਪ੍ਰੋਗਰਾਮ ਚੱਲਦਾ ਰਹਿੰਦਾ, ਸਵੇਰ ਨੂੰ ਨਿਤਨੇਮ, ਹਾਂਜੀ, ਤਾਂ ਉਸ ਤੋਂ ਬਾਅਦ ਸ਼ਾਮ ਨੂੰ ਰਹਿ ਰਾਸ ਦਾ ਐਵਰੀਡੇ 10 ਵਜੇ ਤੋਂ 11:30 ਤਾਈਂ ਸੁਖਮਨੀ ਸਾਹਿਬ ਜੀ ਦੇ ਪਾਠ ਚੱਲਦੇ ਆ। ਹੁਣ ਫਿਊਨਰਲ ਦਾ ਸਹਿਜ ਪਾਠ ਖੁੱਲ੍ਹਾ ਅੱਜ, ਤਾਂ ਇਹਦਾ ਪ੍ਰੋਗਰਾਮ ਜਿਹੜੇ ਆ ਉਹ ਆਟੋਮੈਟਿਕਲੀ ਚੱਲੀ ਜਾ ਰਹੇ। ਪਰ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜੇ ਪਰਿਵਾਰਾਂ ਨੇ, ਕਈ ਸੰਗਤ ਆ ਜਾਂਦੀ, ਅਸੀਂ ਨਮਸਕਾਰ ਕਰ ਸਕਦੇ ਹਾਂ, ਉਹਨਾਂ ਨੂੰ ਅਸੀਂ ਗੇਟ ਖੋਲੀ ਤਾਂ ਉਹਨਾਂ ਨੂੰ ਦੱਸੀ ਦੀਆਂ ਕੰਡੀਸ਼ਨਾਂ ਵੀ ਆ ਕਿ ਤੁਸੀਂ ਇੱਕ ਦੂਜੇ ਤੋਂ 2 ਮੀਟਰ ਪਰੇ ਰਹਿਣਾ, ਨਮਸਕਾਰ ਕਰਕੇ ਤੁਸੀਂ ਜਾ ਸਕਦੇ ਹਾਂ। ਬੜੀ ਸ਼ਰਧਾਵਾਨ, ਫਿਰ ਵੀ ਸੰਗਤ ਇਕੱਲੇ ਹੋ ਕੇ ਜ਼ਰੂਰ ਨਮਸਕਾਰ ਕਰਨ ਆਉਂਦੀ। ਸਾਨੂੰ ਉਸ ਚੀਜ਼, ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਵੀ ਸਾਡੀ ਸੰਗਤ ਨੂੰ ਜਾਣਕਾਰੀ ਆ ਵੀ ਕਿੱਦਾਂ ਗੁਰੂ ਘਰਾਂ 'ਚ ਜਾ ਕੇ ਆਪਾਂ ਰਹਿਣਾ। ਹੁਣ ਜਦੋਂ ਖੁੱਲ੍ਹਣਾ ਵੀ, ਉਦੋਂ ਵੀ ਆਪਾਂ ਨੂੰ ਬਹੁਤ ਡਿਫੀਕਲਟੀਆਂ ਆਉਣੀਆਂ, ਉਦੋਂ ਵੀ ਆਪਾਂ ਨੂੰ ਬਹੁਤ ਸੂਝਵਾਨ ਬਣ ਕੇ ਵਧੀਆ ਤਰੀਕੇ ਦੇ ਨਾਲ ਇਹ ਪ੍ਰੋਗਰਾਮ ਨਿਭਾਉਣੇ ਪੈਣੇ ਆ। ਸੋ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਆ, ਪਰ ਦੁੱਖ ਇਹੀ ਆ ਵੀ ਅਸੀਂ ਇਕੱਠੇ ਨਹੀਂ ਹੋ ਸਕਦੇ, ਅਸੀਂ ਆਪਣੀ ਮਰਜ਼ੀ ਨਾਲ ਪ੍ਰੋਗਰਾਮ ਨਹੀਂ ਚਲਾ ਸਕਦੇ, ਅਸੀਂ ਜ਼ਿਆਦਾ ਜਾਣੇ ਨਹੀਂ ਆ ਸਕਦੇ। ਹੁਣ ਫਿਊਨਲ ਤੇ 10 ਜਾਣਿਆਂ ਤੋਂ ਜ਼ਿਆਦਾ ਨਹੀਂ ਅੰਦਰ ਆ ਸਕਦੇ। ਸੋ ਅਸੀਂ ਉਹ ਆਏ ਖਿਲਾਉਣਾ, ਅਸੀਂ ਦੱਸਿਆ ਵੀ ਪਰਿਵਾਰਕ ਤੌਰ ਤੇ ਤੁਸੀਂ 3-4 ਜਾਣੇ ਆ ਸਕਦੇ ਆ ਕੇ ਸਹਿਜ ਪਾਠ ਖਿਲਾ ਕੇ ਤੁਸੀਂ ਚਲੇ ਜਾਓ। ਇਹ ਸਭ ਤੋਂ ਦੁਖਦਾਈ ਗੱਲ ਹੈ। ਬਾਕੀ ਬੇਟੀ ਆ ਮੇਰੀ, ਉਹ ਵੀ ਡਾਕਟਰ ਆ, GP ਆ, ਉਹਦੀ ਗਾਈਡੈਂਸ ਵੀ ਸਾਨੂੰ ਇਸ ਕੰਮ ਦੇ ਵਿੱਚ ਬਹੁਤ ਆ। ਹਸਪੀਟਲ 'ਚ ਫੂਡ ਪਹੁੰਚਾਉਣਾ, ਉਹਨੇ ਸਾਰਾ ਕੰਟੈਕਟ ਕੀਤਾ, ਕਿੱਦਾਂ ਜਾਣਾ, ਕਿੱਥੇ ਲਿਜਾਣਾ, ਕੀ ਕਰਨਾ। ਸੋ ਡਾਕਟਰ ਹੋਣ ਦੇ ਨਾਲ ਸਾਨੂੰ ਇਦਾਂ ਦੀਆਂ ਡਿਫੀਕਲਟੀਆਂ ਨਹੀਂ ਆਉਂਦੀਆਂ ਕਿ ਸਾਨੂੰ ਪਤਾ ਨਾ ਲੱਗੇ ਵੀ ਕਿੱਥੇ ਅਸੀਂ ਫੂਡ ਦੇਣਾ, ਕਿੱਥੇ ਕਿਹੜੀ ਚੀਜ਼ ਦੇਣੀ ਆ। ਜਦੋਂ ਫੂਡ ਦਾ ਉਹਨਾਂ ਨੇ ਕਿਹਾ ਵੀ ਫੂਡ ਸਾਡੇ ਕੋਲ ਬਹੁਤ ਆ ਰਿਹਾ, ਸਾਰੇ ਗੁਰੂ ਘਰ ਲਿਆ ਰਹੇ ਆ, ਡਿਫਰੈਂਟ ਸੁਸਾਇਟੀਆਂ ਲਿਆ ਰਹੀਆਂ। ਸੋ ਅਸੀਂ ਫਿਰ ਉਹਨਾਂ ਨੂੰ ਕਿਹਾ ਵੀ ਕੋਈ ਗੱਲ ਨਹੀਂ, ਅਸੀਂ ਹੋਰ ਡਿਫਰੈਂਟ ਤਰੀਕੇ ਨਾਲ ਸ਼ੁਰੂ ਕਰ ਦਿੰਦੇ ਹਾਂ। ਸੋ ਮਾਸਕ ਦੀ ਸੇਵਾ ਜਿਹੜੀ ਸ਼ੁਰੂ ਕਰ ਦਿੱਤੀ,
ਐਕਸਪ੍ਰੈਸ ਸਟਾਰ ਵਾਲਿਆਂ ਨੇ ਵੀ ਕਿੱਥੇ ਇੱਕ ਦਿਨ ਆਏ ਵੀ ਅਸੀਂ ਆਉਣਾ ਚਾਹੁੰਦੇ ਵੀ ਤੁਸੀਂ ਸਾਨੂੰ ਪਤਾ ਲੱਗਾ ਵੀ ਉਹ ਵੀ ਫੋਟੋ ਖਿੱਚ ਕੇ ਲਗਾਏ। ਤਾਂ ਉਹ ਮੇਰਾ ਮਤਲਬ ਦਿਲ ਨੂੰ ਮਾਣ ਮਹਿਸੂਸ ਹੁੰਦਾ ਵੀ ਅਸੀਂ ਉਸ ਗੁਰੂ ਦੇ ਸਿੱਖ ਹਾਂ ਜਿਨ੍ਹਾਂ ਨੇ ਸਾਂਝੀ ਪਾਲਤਾ ਦੀ ਗੱਲ ਕੀਤੀ, ਸਾਰਿਆਂ ਨਾਲ ਪਿਆਰ ਕੀਤਾ, ਕਿਸੇ ਨੂੰ ਨਫ਼ਰਤ ਨਹੀਂ ਕੀਤੀ, ਸਾਰਿਆਂ ਨੂੰ ਆਪਣੇ ਦਿਲ ਨਾਲ ਲਾਇਆ। ਸੋ ਉਹ ਸਾਨੂੰ ਇਹ ਸੁਝਾਅ ਦੇ ਕੇ ਗਏ ਵੀ ਤੁਸੀਂ ਇਦਾਂ ਕਰਨਾ, ਪੁੱਤਾਂ ਹੀ ਕਰ ਰਹੇ ਆ। ਸਾਰਿਆਂ ਦਾ ਧੰਨਵਾਦ। ਦੇਖੋ ਜੀ, ਇਹ ਤੇ ਆਪਣੇ ਬਲਰਾਜ ਸਿੰਘ ਦੇ ਇਹਨਾਂ ਦੀ ਬੱਚੀ ਜਿਹੜੀ ਉਹ ਡਾਕਟਰ ਆ, ਤੇ ਇਸ ਕਰਕੇ ਵੀ ਜੋ ਡਾਕਟਰੀ ਤਰੀਕੇ ਦੇ ਨਾਲ ਵੀ ਜੋ ਮਤਲਬ ਇੱਥੇ ਗੱਲਾਂ ਐਡਵਾਈਜ਼ ਕੀਤੀਆਂ ਜਾਂਦੀਆਂ, ਉਹ ਵੀ ਇਹਨਾਂ ਨੂੰ ਐਡਵਾਈਜ਼ ਕਰਦੇ ਆ, ਚੰਗੀਆਂ ਗੱਲਾਂ ਦੱਸਦੇ ਆ, ਤੇ ਇਹ ਵੀ ਉਹਨਾਂ ਨੂੰ ਫਾਲੋ ਕਰਦੇ ਆ। ਸੋ ਗੁਰੂ ਮਹਾਰਾਜ ਦੇ ਚਰਨਾਂ 'ਚ ਇਹ ਅਰਦਾਸ ਆ ਕਿ ਜਿਸ ਤਰ੍ਹਾਂ ਇਹਨਾਂ ਨੇ ਆਪਣੀਆਂ ਸੇਵਾਵਾਂ ਦੱਸੀਆਂ, ਇੱਦਾਂ ਹੀ ਸੰਗਤਾਂ ਦਾ ਸਹਿਯੋਗ ਬਹੁਤ ਮਿਲਦਾ ਹੈ। ਤੇ ਕਿਉਂਕਿ ਗੁਰਦੁਆਰੇ ਜਿੱਥੇ ਵੀ ਆ, ਗੁਰੂ ਦਾ ਜਿੱਥੇ ਵੀ ਨਿਸ਼ਾਨ ਲੱਗਾ ਆ, ਨਿਸ਼ਾਨ ਦਾ ਸੰਕੇਤ ਹੀ ਇਹੋ ਆ ਕਿ ਇੱਥੇ ਹਰ ਬੰਦੇ ਨੂੰ, ਭੁੱਖੇ ਨੂੰ ਆਪਣਾ ਫੂਡ ਖਾਣਾ ਮਿਲਦਾ ਹੈ। ਸੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਥੇ ਪ੍ਰਕਾਸ਼ ਹੈ, ਕਿਉਂਕਿ ਸਾਡੇ ਨਿਸ਼ਾਨ ਸਾਹਿਬ ਜਿੱਥੇ ਚੱਲਦੇ ਹਨ ਉਹਨਾਂ ਦਾ ਸੰਕੇਤ ਹੀ ਇਹੋ ਹੈ। ਸੋ ਇਸੇ ਤਰ੍ਹਾਂ ਹੀ ਇਹ ਕੈਨ ਕਰੋੜ ਦੇ ਗੁਰਦੁਆਰਿਆਂ ਦੇ ਮੈਂ ਸਮੁੱਚੇ ਹੀ ਪ੍ਰਬੰਧ ਦਾ ਔਰ ਸਾਰਿਆਂ ਹੀ ਇੱਥੋਂ ਦੇ ਸੇਵਾਦਾਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ, ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਹੀ ਅਰਦਾਸ ਆ ਕਿ ਵੱਧ ਚੜ੍ਹ ਕੇ ਸੇਵਾ ਕਰਦੇ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।